ਵਾਸਤੇ ਜਦੋਂ ਕਿਸਾਨਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਬਹੁਤ ਛੇਤੀ ਕਿਸਾਨ ਯਾਦ ਆਉਂਦੇ ਨੇ, ਬਾਅਦ ਦੇ ਵਿੱਚ ਕਿਸਾਨਾਂ ਦੇ ਖਿਲਾਫ ਗੱਲ ਕਰਦੇ ਨੇ। ਫਿਰ ਇਹਨਾਂ ਨੂੰ ਕਹਿਣਾ ਚਾਹੀਦਾ ਤੁਸੀਂ ਰੋਟੀ ਵੀ ਖਾਣੀ ਬੰਦ ਕਰ ਦਿਓ, ਜਿਹੜੇ ਵਿਚਾਰੇ ਕਿਸਾਨ ਖੇਤੀਬਾੜੀ ਕਰਕੇ ਇੰਨੀ ਮਜ਼ਦੂਰੀ ਦੇ ਨਾਲ ਆਉਂਦੇ ਨੇ। ਤੇ ਫਿਰ ਸਰਕਾਰ ਨੂੰ ਜਿਹੜੀ ਬੀਜੇਪੀ ਰੈਲੀਆਂ ਕਰ ਰਹੀ ਹੈ ਵੈਸਟ ਬੰਗਾਲ ਦੇ ਵਿੱਚ ਉਹ ਕਾਹਦੇ ਵਾਸਤੇ? ਉੱਥੇ ਕਰੋਨਾ ਭੱਜ ਗਿਆ ਆ ਕਿ ਉੱਥੇ ਕਰੋਨਾ ਹੈਗਾ ਹੀ ਨਹੀਂ? ਉਹ ਉੱਥੇ ਡਰ ਰਿਹਾ ਮੋਦੀ ਸਰਕਾਰ ਤੋਂ ਵੀ ਇੱਥੇ ਰੈਲੀਆਂ ਹੋ ਰਹੀਆਂ ਨੇ ਤੇ ਇੱਥੇ ਕਰੋਨਾ ਨਹੀਂ ਹੈਗਾ। ਸਰਕਾਰ ਜਿਹੜੀ ਹੈ ਹਮੇਸ਼ਾ ਕਿਸਾਨਾਂ ਦੀ ਸਪੋਰਟ ਦੇ ਵਿੱਚ ਰਹੀ ਹੈ, ਸਾਡੀ ਸਟੇਟ ਗਵਰਨਮੈਂਟ, ਔਰ ਉਹੀ ਕਿਸਾਨਾਂ ਤੋਂ 2022 ਦੇ ਵਿੱਚ ਸਾਡੀ ਸਰਕਾਰ ਨੇ ਵੋਟਾਂ ਲੈਣੀਆਂ ਨੇ। ਜੇ ਸਰਕਾਰ ਕਿਸਾਨਾਂ ਨੂੰ ਸਪੋਰਟ ਨਹੀਂ ਕਰੂਗੀ, ਕਿਸਾਨੀ ਸਭਾਵਾਂ ਨੂੰ ਸਪੋਰਟ ਨਹੀਂ ਕਰੂਗੀ ਤੇ 2022 ਦੇ ਵਿੱਚ ਆਪਣਾ ਹਸ਼ਰ ਵੀ ਦੇਖ ਲਓ। ਤੁਸੀਂ ਇਹ ਦੇਖੋ ਵੀ ਆਪਾਂ ਸਾਰੇ ਹੁਣ ਇੱਥੇ ਬੈਠੇ ਆ, ਦਿਨੇ ਕਰੋਨਾ ਨਹੀਂ ਹੈਗਾ, ਰਾਤ ਨੂੰ ਕਰੋਨਾ ਆ ਜਾਂਦਾ 9 ਵਜੇ ਤੋਂ ਬਾਅਦ। ਕੀ ਗੱਲ ਕਰੋਨਾ ਰਾਤ ਨੂੰ ਹੀ ਆਉਂਦਾ ਉੱਲੂ ਵਾਂਗੂ? ਬਹੁਤ ਵਧੀਆ ਦਿੱਤਾ ਉਹਨਾਂ ਨੇ ਅਸਤੀਫਾ। ਇਹੋ ਜੀ ਗਵਰਨਮੈਂਟ ਦੇ ਵਿੱਚ ਕੰਮ ਹੀ ਨਹੀਂ ਕਰਨਾ ਚਾਹੀਦਾ ਤੇ ਕੀ ਫਾਇਦਾ ਹੋ ਇੱਕ ਇਮਾਨਦਾਰ ਓਨੈਸਟ ਆਫਿਸਰ ਦੀ ਇੰਨੀ ਮਿਹਨਤ ਕਰਨ ਦਾ। ਤੇ ਚੰਗਾ ਕੀਤਾ ਉਹਨਾਂ ਨੇ, ਸਗੋਂ ਦੇਣਾ ਚਾਹੀਦਾ ਸੀਗਾ, ਅਸਤੀਫਾ ਦਿੱਤਾ ਉਹਨਾਂ ਨੇ ਕਰਨਾ ਸੀਗਾ, ਕਿਉਂਕਿ ਸਰਕਾਰਾਂ ਨੂੰ ਓਨੈਸਟ ਆਫਿਸਰ ਨਹੀਂ ਚਾਹੀਦੇ। ਸਰਕਾਰਾਂ ਨੂੰ ਉਹ ਆਫਿਸਰ ਚਾਹੀਦੇ ਆ ਜਿਹੜੇ ਜੀ ਸਰ ਕਰਕੇ ਇਹਨਾਂ ਦੀਆਂ ਗੱਲਾਂ ਮੰਨਣ। ਦੇਸ਼ ਦੇ ਵਿੱਚ ਇਸ ਵਕਤ ਦੋ ਮੁੱਦੇ ਨੇ, ਇੱਕ ਕਿਸਾਨੀ ਦਾ ਤੇ ਦੂਸਰਾ ਕਰੋਨਾ ਦਾ। ਤਾਂ ਇਸ ਵਕਤ ਕਰੋਨਾ ਵਰਸਸ ਕਿਸਾਨੀ ਦਾ ਇੱਕ ਮੁੱਦਾ ਬਹੁਤ ਜ਼ਿਆਦਾ ਗਰਮਾ ਰਿਹਾ ਹੈ, ਕਿਉਂਕਿ ਜਿੱਥੇ ਸਰਕਾਰਾਂ ਕਹਿ ਰਹੀਆਂ ਨੇ ਕਿ ਕਰੋਨਾ ਲੋਕਾਂ ਦੇ ਵਿੱਚ ਜ਼ਿਆਦਾ ਲੋਕ ਜਦੋਂ ਬੈਠਦੇ ਨੇ ਤੇ ਤਦੋਂ ਕਰੋਨਾ ਹੁੰਦਾ ਹੈ ਤਾਂ ਫੈਲਦਾ ਹੈ, ਤਾਂ ਕਿਤੇ ਕਿਤੇ ਸਰਕਾਰ ਕਿਸਾਨਾਂ ਨੂੰ ਵੀ ਜ਼ਿੰਮੇਵਾਰ ਮੰਨ ਰਹੀ ਹੈ। ਤੇ ਦੂਸਰੇ ਪਾਸੇ ਵੱਡੀ ਮਹਾਪੰਚਾਇਤ 19 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਹੈ। ਤਾਂ ਸੋਨੀਆ ਮਾਨ ਸਾਡੇ ਨਾਲ ਮੌਜੂਦ ਨੇ। ਤਾਂ ਮੈਮ ਕੀ ਕਹਿਣਾ ਚਾਹੋਗੇ? ਕਰੋਨਾ ਵਾਸਤੇ ਸਿੱਧੇ ਤੌਰ ਤੇ ਕਿਸਾਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ। ਸਰਕਾਰ ਵੱਲੋਂ ਅੱਜ ਨਵਾਂ ਫਰਮਾਨ ਵੀ ਜਾਰੀ ਹੋਇਆ ਕਿ ਆਪਰੇਸ਼ਨ ਕਲੀਨ ਕੀਤਾ ਜਾਵੇ, ਕਿਸਾਨ ਹਟਾਏ ਜਾਣ। ਸਰਕਾਰਾਂ ਤੇ ਹਮੇਸ਼ਾ ਕਿਸਾਨਾਂ ਦੇ ਮਗਰ ਪਈਆਂ ਰਹਿੰਦੀਆਂ ਨੇ, ਪਹਿਲੇ ਦਿਨ ਤੋਂ ਪਈਆਂ ਨੇ। ਬਹੁਤ ਸਾਰੇ ਉਹਨਾਂ ਨੇ ਆਪਣੀਆਂ ਸਾਜ਼ਿਸ਼ਾਂ ਕੀਤੀਆਂ ਕਿਸਾਨੀ ਅੰਦੋਲਨ ਨੂੰ, ਕਿਸਾਨੀ ਮੋਰਚੇ ਨੂੰ ਇੱਕ ਤੋੜਨ ਵਾਸਤੇ। ਜਦੋਂ ਕਿਸਾਨਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਬਹੁਤ ਛੇਤੀ ਕਿਸਾਨ ਯਾਦ ਆਉਂਦੇ ਨੇ, ਬਾਅਦ ਦੇ ਵਿੱਚ ਕਿਸਾਨਾਂ ਦੇ ਖਿਲਾਫ ਗੱਲ ਕਰਦੇ ਨੇ। ਫਿਰ ਇਹਨਾਂ ਨੂੰ ਕਹਿਣਾ ਚਾਹੀਦਾ ਤੁਸੀਂ ਰੋਟੀ ਵੀ ਖਾਣੀ ਬੰਦ ਕਰ ਦਿਓ, ਜਿਹੜੇ ਵਿਚਾਰੇ ਕਿਸਾਨ ਖੇਤੀਬਾੜੀ ਕਰਕੇ ਇੰਨੀ ਮਜ਼ਦੂਰੀ ਦੇ ਨਾਲ ਆਉਂਦੇ ਨੇ। ਬਟ ਮੈਮ ਕਰੋਨਾ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਕੋਈ ਸਰਕਾਰ ਸਿੱਧਾ ਕਹਿ ਰਹੀ ਹੈ ਕਿ ਦੇਸ਼ 'ਚ 2 ਲੱਖ ਤੋਂ ਵੱਧ ਰੋਜ਼ ਦੇ ਮਰੀਜ਼ ਕਰੋਨਾ ਪੋਜ਼ਿਟਿਵ ਹੋ ਰਹੇ ਨੇ, ਪਰ ਕਿਸਾਨ ਜਿਹੜੇ ਨੇ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਨੇ। ਤੇ ਫਿਰ ਸਰਕਾਰ ਨੂੰ ਜਿਹੜੀ ਬੀਜੇਪੀ ਰੈਲੀਆਂ ਕਰ ਰਹੀ ਹੈ ਵੈਸਟ ਬੰਗਾਲ ਦੇ ਵਿੱਚ ਉਹ ਕਾਹਦੇ ਵਾਸਤੇ? ਉੱਥੇ ਕਰੋਨਾ ਭੱਜ ਗਿਆ ਆ ਕਿ ਉੱਥੇ ਕਰੋਨਾ ਹੈਗਾ ਹੀ ਨਹੀਂ? ਉੱਥੇ ਡਰ ਰਿਹਾ ਮੋਦੀ ਸਰਕਾਰ ਤੋਂ ਵੀ ਇੱਥੇ ਰੈਲੀਆਂ ਹੋ ਰਹੀਆਂ ਨੇ ਤੇ ਇੱਥੇ ਕਰੋਨਾ ਨਹੀਂ ਹੈਗਾ। ਪਰ ਸਰਕਾਰ ਕਹਿੰਦੀ ਸੀ ਬਹੁਤ ਚਿੰਤਾ 'ਚ ਹਾਂ, ਮੁੱਖ ਮੰਤਰੀਆਂ ਨਾਲ ਨਰਿੰਦਰ ਮੋਦੀ ਲਗਾਤਾਰ ਮੀਟਿੰਗ ਲੈ ਰਹੇ ਨੇ, ਵੈਕਸੀਨੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਉਹ ਤੇ ਕਰ ਰਹੇ ਨੇ, ਪਰ ਇੱਕ ਬੰਨੇ ਫਿਰ ਰੈਲੀਆਂ ਕਾਹਤੋਂ ਕਰ ਰਹੇ ਨੇ? ਆਪਣੀਆਂ ਇਲੈਕਸ਼ਨ ਜਿੱਤਣ ਵਾਸਤੇ ਇੱਕ ਬੰਨੇ ਹੋ ਜਾਣ, ਜਾਂ ਤੇ ਫਿਰ ਰੈਲੀਆਂ ਨਾ ਕਰਨ, ਲੋਕ ਪ੍ਰਚਾਰ ਨਾ ਕਰਨ। ਇੱਕ ਬੰਨੇ ਰੈਲੀਆਂ ਕਰੀ ਜਾਣ ਦੇ ਇੰਨੇ ਵੱਡੇ ਤਾਦਾਦ ਦੇ ਉੱਤੇ, ਇੰਨੇ ਲੋਕਾਂ ਦੇ ਨਾਲ, ਇੱਕ ਬੰਨੇ ਕਰੋਨਾ ਦਾ ਪ੍ਰਚਾਰ ਕਰ ਰਹੇ ਹੋ। ਮੋਦੀ ਸਾਹਿਬ ਕਰ ਕੀ ਰਹੇ ਹੋ ਤੁਸੀਂ? ਪ੍ਰਾਈਮ ਮਿਨਿਸਟਰ ਸਾਹਿਬ, ਮੈਂ ਤੁਹਾਡੇ ਤੋਂ ਰਿਕੁਐਸਟ ਕਰਦੀ ਹਾਂ, ਪੁੱਛਦੀ ਹਾਂ ਵੀ ਇੱਕ ਬੰਨੇ ਤੁਸੀਂ ਕਹਿ ਰਹੇ ਹੋ ਵੀ ਹਾਂ ਕਰੋਨਾ ਹੈਗਾ ਆ, ਕਰੋਨਾ ਦੀ ਵੈਕਸੀਨ ਲਾਓ, ਬੜੀ ਜ਼ਿਆਦਾ ਘਾਤਕ ਬਿਮਾਰੀ ਹੈ, ਇੱਕ ਬੰਨੇ ਤੁਸੀਂ ਰੈਲੀਆਂ ਕਰ ਰਹੇ ਹੋ ਇੰਨੇ ਵੱਡੇ ਪੱਧਰ ਦੇ ਲੈਵਲ ਦੇ ਉੱਤੇ। ਕੀ ਗੱਲ ਉੱਥੋਂ ਕਰੋਨਾ ਤੁਸੀਂ ਉਹਨਾਂ ਨੂੰ ਇਨਸਟਰਕਸ਼ਨ ਦਿੰਦੇ ਵੀ ਇੱਥੇ ਕਰੋਨਾ ਨਹੀਂ ਆਊਗਾ ਤੇ ਰਾਤ ਨੂੰ ਇੱਥੇ ਆ ਜਾਊਗਾ? ਕਿਹੋ ਜਿਹਾ ਕਰੋਨਾ ਜਿਹੜਾ ਕਿ ਸਰਕਾਰ ਦੇ ਕਹਿਣੇ ਤੇ ਚੱਲਦਾ ਹੈ? ਕਿਸਾਨ ਵੀ ਪਹਿਲੇ ਸਰਕਾਰ ਦੇ ਕਹਿਣੇ ਤੇ ਚੱਲਦੇ ਸੀ, ਲੇਕਿਨ ਕਰੋਨਾ ਜਿਹੜਾ ਕਿਸ ਮਤਲਬ ਤੁਹਾਡੀ ਨਜ਼ਰ 'ਚ ਇੱਕ ਕਰੋਨਾ ਦੀ ਡੈਫੀਨੇਸ਼ਨ ਕੀ ਹੈ? ਇੱਕ ਡਰ ਆ ਲੋਕਾਂ ਨੂੰ ਮਨਾਂ 'ਚ ਬਿਠਾਉਣ ਵਾਸਤੇ, ਆਪਣੀਆਂ ਗੱਲਾਂ ਮਨਾਉਣ ਵਾਸਤੇ। ਇਹ ਲੋਕੀ ਖੁਦ ਸਮਝ ਸਕਦੇ ਆ ਵੀ ਕਿਹੋ ਜਿਹਾ ਕਰੋਨਾ ਜਿਹੜਾ ਸਰਕਾਰ ਦੇ ਅਕੋਰਡਿੰਗਲੀ ਚੱਲਦਾ ਆ। ਤੁਹਾਡੀ ਨਜ਼ਰ ਕਰੋਨਾ ਦੀ ਕੀ ਡੈਫੀਨੇਸ਼ਨ ਹੈ? ਕਿਉਂਕਿ ਦੁਨੀਆ ਭਰ ਦੇ ਵਿੱਚ ਇਸ ਵਕਤ ਕਰੋਨਾ ਮਹਾਮਾਰੀ ਹੈ। ਦੁਨੀਆ ਭਰ ਦੇ ਮੁਲਕ ਜਿਹੜੇ ਨੇ, ਇਸ ਵਕਤ ਅਮਰੀਕਾ ਦੀ ਗੱਲ ਕਰ ਲਿੱਤੀ ਜਾਵੇ ਤਾਂ ਵੀ ਤੋਂ ਮੈਂ ਸੋਚਦੀ ਹਾਂ ਅਮਰੀਕਾ ਜਾਂ ਬਾਹਰ ਦੀਆਂ ਕੰਟਰੀਆਂ, ਉਹਨਾਂ ਦਾ ਇਮਿਊਨ ਸਿਸਟਮ ਨੂੰ ਲੈ ਕੇ ਬਹੁਤ ਉਹਨਾਂ ਦਾ ਰੌਲਾ ਹੁੰਦਾ ਆ। ਜਦੋਂ ਇੱਥੇ ਵੀ ਆਉਂਦੇ ਉਹ ਬਿਸਲਰੀ ਵਾਟਰ ਤੋਂ ਘੱਟ ਪਾਣੀ ਨਹੀਂ ਪੀਂਦੇ। ਸਾਡੇ ਇੰਡੀਅਨਸ ਦਾ ਇਮਿਊਨ ਸਿਸਟਮ ਬਹੁਤ ਸਟਰੋਂਗ ਆ। ਆਪਾਂ ਅਦਰਕ, ਪਿਆਜ਼, ਲਸਣ ਦੇ ਤੜਕੇ ਖਾਂਦੇ ਆ, ਆਪਾਂ ਬਾਹਰ ਰੇਹੜੀਆਂ ਤੋਂ ਖਾਣਾ ਖਾ ਲੈਂਦੇ ਆ। ਮਤਲਬ ਸਾਡੇ ਇਮਿਊਨ ਸਿਸਟਮ ਨੂੰ ਕੁਛ ਨਹੀਂ ਹੋਇਆ। ਥੋੜ੍ਹੀ ਜਿਹੀ ਕੇਅਰ ਆ, ਇੱਕ ਕੋਈ ਛੋਟੀ ਬਿਮਾਰੀ ਹੋਊਗੀ ਜਿਹੜਾ ਥੋੜ੍ਹਾ ਬਹੁਤਾ ਆਪਣੇ ਆਪ ਦੇ ਵਿੱਚ ਤੁਹਾਨੂੰ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖਣ ਦੀ ਲੋੜ ਹੈ। ਉਹ ਤੇ ਫਿਰ ਕਈ ਲੋਕਾਂ ਟੀਬੀ ਵੀ ਕਹਿੰਦੇ ਸੀਗੇ ਬਹੁਤ ਘਾਤਕ ਬਿਮਾਰੀ ਹੈ। ਕੈਂਸਰ ਨਾਲੋਂ ਘਾਤਕ ਬਿਮਾਰੀ ਕੋਈ ਨਹੀਂ, ਏਡਸ ਨਾਲੋਂ ਘਾਤਕ ਬਿਮਾਰੀ ਕੋਈ ਨਹੀਂ। ਪਰ ਇਹ ਇੱਕ ਗੱਲ ਦਾ ਹਵਾ ਬਣਾਉਣਾ ਵੀ ਹਾਂ ਜੀ, ਪਹਿਲਾਂ ਤਾਂ ਕਹਿੰਦੇ ਸੀਗੇ ਇੱਕ ਦੂਜੇ ਨੂੰ ਹੱਥ ਲਾਉਣ ਤੇ ਕਰੋਨਾ ਹੋ ਜਾਂਦਾ ਹੈ। ਮੈਨੂੰ ਲੱਗਦਾ ਮੈਂ ਪਤਾ ਨਹੀਂ ਕਿੰਨੇ ਕਰੋਨਾ ਪੋਜ਼ੀਟਿਵ ਨੂੰ ਮਿਲੀ ਹੋਊਗੀ ਧਰਨੇ ਤੋਂ, ਮੈਨੂੰ ਤਾਂ ਨਹੀਂ ਹੋਇਆ ਅੱਜ ਤੱਕ। ਸਹੀ ਗੱਲ ਦੱਸਾਂ 4 ਮਹੀਨੇ ਹੋ ਗਏ ਮੈਨੂੰ ਧਰਨੇ ਦੇ ਵਿੱਚ। ਕਿੰਨੇ ਲੋਕੀ ਹੁੰਦੇ ਆ, ਮੈਨੂੰ ਕਰੋਨਾ ਹੋਇਆ ਨਹੀਂ ਹੋਇਆ। ਹੁਣ ਇਹਦਾ ਕੀ ਜਵਾਬ ਆ? ਮੈਮ ਦੂਸਰੇ ਪਾਸੇ ਜਿਹੜੀ ਪੰਜਾਬ ਸਰਕਾਰ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ, ਕੋਈ ਰੈਲੀ ਨਹੀਂ ਕੀਤੀ ਜਾ ਸਕਦੀ, ਬਦਸਤੂਰ ਤੁਸੀਂ ਸਰਕਾਰੀ ਜਿਹੜੇ ਇੱਕ ਨਿਯਮ ਨੇ ਉਹਨਾਂ ਨੂੰ ਛਿੱਕੇ ਟੰਗ ਕੇ 19 ਤਰੀਕ ਨੂੰ ਰੈਲੀ ਕਰ ਰਹੇ ਹੋ।
ਸਰਕਾਰ ਜਿਹੜੀ ਹੈ ਹਮੇਸ਼ਾ ਕਿਸਾਨਾਂ ਦੀ ਸਪੋਰਟ ਦੇ ਵਿੱਚ ਰਹੀ ਹੈ, ਸਾਡੀ ਸਟੇਟ ਗਵਰਨਮੈਂਟ, ਔਰ ਉਹੀ ਕਿਸਾਨਾਂ ਤੋਂ 2022 ਦੇ ਵਿੱਚ ਸਾਡੀ ਸਰਕਾਰ ਨੇ ਵੋਟਾਂ ਲੈਣੀਆਂ ਨੇ। ਜੇ ਸਰਕਾਰ ਕਿਸਾਨਾਂ ਨੂੰ ਸਪੋਰਟ ਨਹੀਂ ਕਰੂਗੀ, ਕਿਸਾਨੀ ਸਭਾਵਾਂ ਨੂੰ ਸਪੋਰਟ ਨਹੀਂ ਕਰੂਗੀ, ਤੇ 2022 ਦੇ ਵਿੱਚ ਆਪਣਾ ਹਸ਼ਰ ਵੀ ਦੇਖ ਲੂਗੀ। ਬਟ ਮੈਡਮ, ਇੱਕ ਪਾਸੇ ਆਮ ਜਨਤਾ ਨੂੰ 9 ਵਜੇ ਜੁੱਤੀ ਦੇ ਜ਼ੋਰ ਤੇ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ, ਦੂਸਰੇ ਪਾਸੇ ਕਿਸਾਨ ਵੱਡੀਆਂ ਰੈਲੀਆਂ ਕਰ ਰਹੇ ਨੇ, ਤਾਂ ਇਹ ਤੁਸੀਂ ਸਮਝਦੇ ਨਹੀਂ ਕਿ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਇੱਕ ਤਰ੍ਹਾਂ ਦਾ ਕਸ਼ਮਕਸ਼ ਪੈ ਜਿਵੇਂ ਜਾਏਗੀ? ਕਿਸਾਨ ਬੈਠੇ ਨੇ ਆਪਣੀਆਂ ਰੈਲੀਆਂ ਕਰਕੇ, ਸਭਾ ਕਰਕੇ, ਉਵੇਂ ਦੁਕਾਨਦਾਰਾਂ ਨੂੰ ਵੀ ਬਹਿ ਜਾਣਾ ਚਾਹੀਦਾ ਹੈ। ਆਪਾਂ ਤੁਹਾਡੇ ਨਾਲ ਆ, ਬਹੁ ਆਪਾਂ ਵੀ ਤੁਹਾਡੇ ਨਾਲ। ਆਪਾਂ ਕਹਿੰਦੇ ਹਾਂ ਰਾਤ ਨੂੰ ਕਿਹੜਾ ਕਰੋਨਾ ਆ ਜਾਂਦਾ ਜਿਹੜਾ ਦਿਨੇ ਭੱਜ ਜਾਂਦਾ ਆ। ਆਪਾਂ ਦੇ ਖੁਦ ਖਿਲਾਫ ਹੈ ਇਸ ਗੱਲ ਦੇ ਉੱਤੇ, ਆਪਾਂ ਨਹੀਂ ਮੰਨਦੇ ਇਹ ਗੱਲਾਂ ਨੂੰ, ਤਾਈਓ ਆਪਾਂ ਮਾਸਕ ਲਾ ਕੇ ਨਹੀਂ ਘੁੰਮਣ ਦੇ, ਤਾਈਓ ਆਪਾਂ ਰੈਲੀ ਵੀ ਕਰਾਂਗੇ। 3 ਮਹੀਨੇ ਹੋ ਗਏ ਆਪਾਂ ਉੱਥੇ ਵੀ ਬੈਠੇ ਸੀਗੇ। ਆਪਾਂ ਤੇ ਲੋਕਾਂ ਦੇ ਨਾਲ ਆ, ਲੋਕੀ ਚਾਹਣ ਤੇ ਸਹੀ ਤੁਰਨ ਵਾਸਤੇ, ਸਾਡੇ ਜਥੇਬੰਦੀਆਂ ਦੇ ਲੀਡਰਸ ਉਹਨਾਂ ਵਾਸਤੇ ਵੀ ਸਪੋਰਟ ਕਰਨਗੇ। ਸਰਕਾਰ ਕਹਿ ਰਹੀ ਹੈ ਜੀ ਕਿ ਅਸੀਂ ਕੋਈ ਰੈਲੀ ਨਹੀਂ ਹੋਣ ਦੇਣੀ, ਲੇਕਿਨ ਤੁਸੀਂ ਰੈਲੀ ਕਰਨ ਜਾ ਰਹੇ ਹੋ 19 ਨੂੰ। 19 ਨੂੰ ਦੇਖ ਲਿਓ ਤੁਸੀਂ, ਰੈਲੀ ਹੋਊਗੀ, ਔਰ ਸਰਕਾਰ ਦੀ ਸਪੋਰਟ ਵੀ ਇਹ ਰਿਕੁਐਸਟ ਕਰਦੇ ਹਾਂ ਵੀ ਹੋਊਗੀ, ਕਿਉਂਕਿ ਕਿਸਾਨਾਂ ਨੂੰ ਸਮਰਥਨ ਦੇਣਾ ਚਾਹੀਦਾ। ਜਿਹੜਾ ਪਹਿਲੇ ਦਿਨ ਤੋਂ ਕੈਪਟਨ ਸਰ ਨੇ ਸਮਰਥਨ ਦਿੱਤਾ ਹੈ, ਕਹਿੰਦੇ ਅਸੀਂ ਕਿਸਾਨਾਂ ਦੇ ਹੱਕ 'ਚ ਆ, ਤੇ ਫਿਰ ਅੱਗੇ ਵੀ ਦੇਣਾ ਚਾਹੀਦਾ ਹੈ। ਕਿਹੜੀ ਕਿਹੜੀ ਸ਼ਖਸੀਅਤਾਂ ਇਸ ਮਹਾਪੰਚਾਇਤ 'ਚ ਆਉਣਗੀਆਂ? ਸਰਦਾਰ ਜੋਗਿੰਦਰ ਸਿੰਘ ਉਗਰਾਹਾ, ਰਾਜੇਵਾਲ ਸਾਹਿਬ, ਉਮਰਾ ਰਾਓ ਜੀ ਰਾਜਸਥਾਨ ਤੋਂ ਆਉਣਗੇ, ਮਨਜੀਤ ਰਾਏ, ਕੁਲਵੰਤ ਸੰਧੂ, ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਆ ਰਹੀਆਂ ਨੇ। ਬਤੌਰ ਆਰਟਿਸਟ ਪਿਛਲੇ 3 ਮਹੀਨਿਆਂ ਤੋਂ ਤੁਸੀਂ ਇਸ ਮੁਹਿੰਮ ਦੇ ਵਿੱਚ ਲੱਗੇ ਹੋ, ਕੀ ਤੁਸੀਂ ਆਪਣੇ ਜੀਵਨ 'ਚ ਕੀ ਬਦਲਾਅ ਦੇਖਿਆ? ਕਿਆ ਇੱਕ ਸੈਲੀਬ੍ਰਿਟੀ ਦੇ ਤੌਰ ਤੇ ਕਿਸਾਨੀ ਦੇ ਤੌਰ ਤੇ ਕੀ ਬਦਲਾਅ ਦੇਖਿਆ? ਮੇਰੇ ਵਿੱਚ ਚੇਂਜ ਇਹ ਆਇਆ ਵੀ ਮੈਨੂੰ ਇਹ ਲੱਗਦਾ ਵੀ ਜੇ ਮੈਂ ਸਿਰਫ ਕਿਸਾਨੀ ਸੰਘਰਸ਼ ਤੇ ਜਾ ਕੇ ਵਾਪਸ ਆ ਜਾਂਦੀ ਤੇ ਮੇਰੇ 'ਚ ਇੰਨਾ ਚੇਂਜ ਨਹੀਂ ਆਉਣਾ ਸੀਗਾ। ਪਰ ਜਦੋਂ ਮੈਂ ਉਹਨਾਂ ਲੋਕਾਂ ਦੇ ਵਿੱਚ ਰਹੀ ਹਾਂ ਉੱਥੇ ਟੈਂਟ ਦੇ ਵਿੱਚ, ਤੇ ਮੇਰੇ ਵਿੱਚ ਕਾਫੀ ਚੇਂਜ ਆਇਆ, ਕਿਉਂਕਿ ਉਦੋਂ ਮੈਂ ਉਹਨਾਂ ਦੀਆਂ ਮਜਬੂਰੀਆਂ, ਉਹਨਾਂ ਦੀ ਹਾਲਤ ਸਮਝੀ ਹੈ। ਫਿਰ ਜੋ ਤੁਸੀਂ ਉਹਨਾਂ ਨਾਲ ਇਮੋਸ਼ਨਲੀ ਅਟੈਚ ਹੋ ਜਾਂਦੇ ਉੱਥੇ ਰਹਿ ਕੇ, ਫਿਰ ਤੁਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ। ਸਰਕਾਰ ਨੂੰ ਨਹੀਂ ਨਜ਼ਰ ਆਉਂਦੀ ਹੈ ਇਮੋਸ਼ਨਲ ਜਿਹੜੀ ਅਟੈਚਮੈਂਟਸ ਨੇ, ਕਾਰਨ ਕੀ ਹੈ? ਕਿਉਂਕਿ ਸਰਕਾਰਾਂ ਦੇ ਦਿਲ ਜੇ ਖੂਨ ਆ ਉਹ ਚਿੱਟੇ ਆ ਹੋ ਚੁੱਕੇ, ਆਈ ਥਿੰਕ ਸੋ। ਵੋਟਾਂ ਵੀ ਤੇ ਸਾਰੇ ਹੀ ਪਾਉਂਦੇ ਨੇ। ਅੱਗੇ ਜਾ ਕੇ ਦੇਖ ਲਾਂਗੇ, ਨਹੀਂ ਪਾਉਣਗੇ। ਨਹੀਂ, ਅਗਰ ਕਿਸਾਨ ਆਪਣੀ ਪਾਰਟੀ ਬਣਾਉਂਦੇ ਤੇ ਫਿਰ ਸੋਨੀਆ ਮਾਨ ਇੱਕ ਸੀਐਮ ਦੇ ਤੌਰ ਤੇ ਆ ਸਕਦੀ। ਮੈਨੂੰ ਪੋਲਿਟਿਕਸ 'ਚ ਕੋਈ ਇੰਟਰਸਟ ਨਹੀਂ ਹੈਗਾ। ਕੁੰਵਰ ਵਿਜੇ ਪ੍ਰਤਾਪ ਜਿਹੜੇ ਨੇ ਅਸਤੀਫਾ ਦੇ ਗਏ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ? ਬਹੁਤ ਵਧੀਆ ਦਿੱਤਾ ਉਹਨਾਂ ਨੇ ਅਸਤੀਫਾ। ਇਹੋ ਜੀ ਗਵਰਨਮੈਂਟ ਦੇ ਵਿੱਚ ਕੰਮ ਹੀ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇੰਨੀ ਮਿਹਨਤ ਦੇ ਨਾਲ ਇੱਕ ਰਿਪੋਰਟ ਤਿਆਰ ਕੀਤੀ ਸੀਗੀ, ਸਾਡੀ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਜ਼ਿਆਦਾ ਬੇਇੱਜ਼ਤੀ ਕੀਤੀ ਸਾਰੇ ਲੋਕਾਂ ਨੇ। ਉਹਨਾਂ ਨੇ ਇੰਨਾ ਜ਼ਿਆਦਾ, ਹੀ ਵਾਜ਼ ਅ ਵੈਰੀ ਓਨੈਸਟ ਆਫਿਸਰ, ਹੀ ਵਰਕਡ ਵੈਰੀ ਹਾਰਡ ਔਨ ਦੈਟ। ਔਰ ਅੱਗੇ ਜਾ ਕੇ ਇਹਨਾਂ ਨੇ ਉਹ ਕਰਵਾਤਾ, ਆਪਣੀਆਂ ਪਹੁੰਚ ਲਵਾ ਕੇ ਮਿਨਿਸਟਰਾਂ ਨੇ ਸਾਰੇ ਖਾਰਜ ਕਰਵਾਤਾ ਸਾਰੀਆਂ ਚੀਜ਼ਾਂ। ਤੇ ਕੀ ਫਾਇਦਾ ਉਹ ਇੱਕ ਇਮਾਨਦਾਰ ਓਨੈਸਟ ਆਫਿਸਰ ਦੀ ਇੰਨੀ ਮਿਹਨਤ ਕਰਨ ਦਾ। ਤੇ ਚੰਗਾ ਕੀਤਾ ਉਹਨਾਂ ਨੇ, ਸਗੋਂ ਦੇਣਾ ਚਾਹੀਦਾ ਸੀਗਾ, ਅਸਤੀਫਾ ਦਿੱਤਾ ਉਹਨਾਂ ਨੇ। ਮਨਜ਼ੂਰ ਵੀ ਕਰ ਲਿੱਤਾ ਗਿਆ। ਤੇ ਚੰਗੀ ਗੱਲ ਹੈ। ਉਹਨਾਂ ਨੇ ਇਹਨਾਂ ਦੇ ਕਰਨਾ ਹੀ ਕਰਨਾ ਸੀਗਾ, ਕਿਉਂਕਿ ਸਰਕਾਰਾਂ ਨੂੰ ਓਨੈਸਟ ਆਫਿਸਰ ਨਹੀਂ ਚਾਹੀਦੇ। ਸਰਕਾਰਾਂ ਨੂੰ ਉਹ ਆਫਿਸਰ ਚਾਹੀਦੇ ਆ ਜਿਹੜੇ ਜੀ ਸਰ ਕਰਕੇ ਇਹਨਾਂ ਦੀਆਂ ਗੱਲਾਂ ਮੰਨਣ। ਬਟ ਮੈਮ, ਤੁਸੀਂ ਉਹਨਾਂ ਨੂੰ ਇਨਵਾਈਟ ਕਰੋਗੇ ਕਿਸਾਨੀ ਅੰਦੋਲਨ 'ਚ, ਕਿਉਂਕਿ ਇੱਕ ਵੱਡਾ ਨਾਮ ਇਸ ਤੋਂ ਬਣ ਚੁੱਕੇ ਨੇ ਕੁੰਵਰ ਵਿਜੇ ਪ੍ਰਤਾਪ? ਜ਼ਰੂਰ, ਜੇ ਉਹ ਆਉਣਾ ਚਾਹਣਗੇ ਜ਼ਰੂਰ ਮੈਂ ਉਹਨਾਂ ਨੂੰ ਇਨਵਾਈਟ ਕਰੂੰਗੀ। ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ। ਹੀ ਇਜ਼ ਵਨ ਆਫ ਅ ਵੈਰੀ ਓਨੈਸਟ ਆਫਿਸਰ, ਔਰ ਉਹਨਾਂ ਵਰਗੇ ਸਾਰਿਆਂ ਨੂੰ ਆਫਿਸਰਸ ਨੂੰ ਬਣਨਾ ਚਾਹੀਦਾ ਆ। ਤੁਸੀਂ ਉਹਨਾਂ ਨੂੰ ਇਨਵਾਈਟ ਕਰੋਗੇ ਕਿ ਕਿਸਾਨੀ ਅੰਦੋਲਨ ਦਾ ਪਾਰਟ ਬਣਨ, ਤਾਂ ਕਿ ਤੁਹਾਨੂੰ ਹੋਰ ਬਲ ਮਿਲ ਸਕੇ? ਮੈਂ ਆਫ ਕੋਰਸ ਕਰੂੰਗੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਹੀ ਕਰਦੀ ਹਾਂ ਕਿ ਸਰ ਤੁਸੀਂ ਪਲੀਜ਼ ਸਾਡੇ 19 ਤਰੀਕ ਨੂੰ ਪ੍ਰੋਗਰਾਮ ਹੈ, ਮਹਾਪੰਚਾਇਤ ਹੈ ਕਿਸਾਨਾਂ ਦੀ, ਜ਼ਰੂਰ ਕੁੱਕੜਾਂ ਵਾਲੇ ਸਟੇਡੀਅਮ ਦੇ ਵਿੱਚ ਆਇਓ। ਅਸੀਂ ਤੁਹਾਡੀ ਬਹੁਤ ਰਿਸਪੈਕਟ ਕਰਦੇ ਹਾਂ, ਔਰ ਤੁਸੀਂ ਬਹੁਤ ਵਧੀਆ ਡਿਸੀਜਨ ਲਿਆ ਜਿਹੜਾ ਤੁਸੀਂ ਅਸਤੀਫਾ ਦਿੱਤਾ। ਇਹੋ ਜਿਹੀਆਂ ਕਰਪਟ ਸਰਕਾਰਾਂ ਨੂੰ ਇਹਨਾਂ ਨੂੰ ਅਸਤੀਫਾ ਦੇਣਾ ਹੀ ਚੰਗਾ ਹੈ। ਪਰ ਕਈ ਪੋਲਿਟਿਕਸ ਬੜੀ ਹੋ ਜਾਂਦੀ ਸਾਡੇ ਮੁਲਕ 'ਚ, ਕੋਈ ਵੀ ਚੀਜ਼, ਚਾਹੇ ਕਿਸਾਨੀ ਮੁੱਦਾ ਜਾਂ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ। ਕਈ ਲੋਕ ਕਹਿ ਰਹੇ ਫਿਕਸ ਮੈਚ ਹੈ, ਕੋਈ ਕਹਿ ਰਹੇ ਡਰਾਮਾ ਕਰ ਰਹੇ ਹੈ। ਮੈਨੂੰ ਨਹੀਂ ਲੱਗਦਾ ਡਰਾਮਾ ਕਰ ਰਿਹਾ, ਕਿਉਂਕਿ ਮੈਂ ਉਹਨਾਂ ਬਾਰੇ ਜਿੰਨਾ ਵੀ ਸੁਣਿਆ ਹੈ ਹੁਣ ਤੱਕ, ਵੇਖੋ ਜਿਹੜਾ ਵੀ ਬੰਦਾ ਓਨੈਸਟ ਹੁੰਦਾ ਨਾ, ਉਹਨੂੰ ਲੋਕੀ ਜੀਣ ਤੇ ਦਿੰਦੇ ਨਹੀਂ ਆ। ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਗੱਲਾਂ ਜੋੜਦੇ ਰਹਿੰਦੇ ਆ, ਉਹਨਾਂ ਨੂੰ ਬਦਨਾਮ ਕਰਨ ਵਾਸਤੇ। ਇੱਥੇ ਲੋਕਾਂ ਨੇ ਬਾਬਾ ਨਾਨਕ ਨੂੰ ਨਹੀਂ ਛੱਡਿਆ, ਤੇ ਇੱਥੇ ਲੋਕਾਂ ਨੂੰ ਕਿਤੋਂ ਛੱਡਣਗੇ? ਇਹਨਾਂ ਦਾ ਕੰਮ ਆ। ਇਹਨਾਂ ਨੇ ਸੀਤਾ ਮਾਂ ਨੂੰ ਨਹੀਂ ਛੱਡਿਆ ਸੀਗਾ, ਇਹਨਾਂ ਨੇ ਨਹੀਂ ਕਿਸੇ ਨੂੰ ਬਖਸ਼ਣਾ। ਜਿੱਥੇ ਲੋਕਾਂ ਦੇ ਕਹਿੰਦੇ ਨਾ ਕੰਘੀ ਦੇ ਇੱਕ ਬੰਨੇ ਦੰਦੇ ਹੁੰਦੇ, ਲੋਕਾਂ ਦੇ ਦੋਵੇਂ ਬੰਨੇ ਹੁੰਦੇ ਆ। ਤੁਸੀਂ ਅੱਜ ਜੋ ਮਰਜ਼ੀ ਕਰ ਲਓ ਲੋਕਾਂ ਵਾਸਤੇ, ਇਹਨਾਂ ਨੇ ਕਿਤੇ ਨਾ ਕਿਸੇ ਦੇ ਵਿੱਚ ਕੋਈ ਨਾ ਕੋਈ ਗੱਲ ਕੱਢ ਹੀ ਦੇਣੀ ਹੁੰਦੀ ਆ। ਤੁਸੀਂ ਸਮਝੋ ਕਿ ਮਾਝਾ ਕਾਫੀ ਪਿੱਛੇ ਸੀ, ਜਿਸ ਕਰਕੇ ਤੁਹਾਨੂੰ ਮਾਝੇ 'ਚ ਜ਼ਿਆਦਾ ਰੈਲੀ ਕਰਨੀ ਪਈ? ਜੀ ਹਾਂ, ਆਪਾਂ ਉਦੋਂ ਤੱਕ ਕਰਦੇ ਰਵਾਂਗੇ ਜਦੋਂ ਤੱਕ ਲੋਕੀ ਚੰਗੇ ਲੈਵਲ ਦੇ ਉੱਤੇ ਅਵੇਅਰ ਹੋ ਕੇ ਨਾਲ ਤੋਂ ਮਾਝੇ ਦੇ ਖੇਤਰ ਦੇ ਮਾਝੇ ਦੇ ਖੇਤਰ 'ਚ। ਪਰ 18 ਤਰੀਕ ਨੂੰ ਇੱਕ ਹੋਰ ਰੈਲੀ ਵੀ ਹੋ ਰਹੀ ਹੈ, ਕਾਰਨ ਕੀ? ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੁਹਾਡੀ ਕਿਸਾਨ ਆਗੂਆਂ ਵੱਲੋਂ? ਇਹ ਜਿਹਾ ਕੁਛ ਨਹੀਂ ਆ। ਕੱਲ ਅਸੀਂ ਟਰੈਕਟਰ ਮਾਰਚ ਵੀ ਕਰ ਰਹੇ ਹਾਂ ਅੰਮ੍ਰਿਤਸਰ ਸਿਟੀ ਦੇ ਵਿੱਚ, ਔਰ ਸਾਰੇ ਇਲਾਕਿਆਂ ਦੇ
ਦੇ ਵਿੱਚ ਜਾਵਾਂਗੇ ਔਰ ਤਾਂ ਕਿ ਆਪਾਂ ਲੋਕਾਂ ਨੂੰ ਸ਼ਹਿਰਾਂ ਵਾਲਿਆਂ ਨੂੰ ਵੀ ਅਵੇਅਰ ਕਰ ਸਕੀਏ। ਇਹ ਵੀ ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਗੀ, ਇਹ ਦੁਕਾਨਦਾਰਾਂ ਦੀ ਵੀ ਲੜਾਈ ਹੈ, ਮਜ਼ਦੂਰਾਂ ਦੀ ਵੀ ਲੜਾਈ ਹੈ, ਕਿਉਂਕਿ ਜਮਾਖੋਰੀ ਜਿਹੜਾ ਇੱਕ ਐਕਟ ਹੈ ਐਸੈਂਸ਼ੀਅਲ ਕਮੋਡਿਟੀ ਐਕਟ, ਉਹ ਸਾਰਿਆਂ ਵਾਸਤੇ ਭਾਰੂ ਆ। ਕਰੋਨਾ ਵੀ ਨਾਲ ਹੈ। ਕਰੋਨਾ ਤੇ ਆਪਾਂ ਮੰਨਦੇ ਨਹੀਂ, ਜੇ ਭਾਰੂ ਆ ਤੇ ਫਿਰ ਮੇਰੀ ਗੱਲ ਸੁਣੋ, ਸਰਕਾਰ ਨੂੰ ਸਾਡੇ ਕਿਸਾਨਾਂ ਦੀ ਸਭ ਤੋਂ ਪਹਿਲਾਂ ਫਿਕਰ ਕਰਨੀ ਚਾਹੀਦੀ, ਉਹਨਾਂ ਨੂੰ ਵਾਪਸ ਭੇਜਣ ਤੇ ਬਿੱਲ ਰੱਦ ਕਰਨ। ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਕਹਿ ਰਹੀ ਹੈ ਜੀ ਕਿ ਅਸੀਂ ਇੰਡੀਅਨ ਬੈਨ ਕਰ ਰਹੇ ਕਿਉਂਕਿ ਉੱਥੇ ਰੈਲੀਆਂ ਬਹੁਤ ਹੋ ਰਹੀਆਂ। ਕਰਦੇ ਰਹਿਣ, ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ। ਆਪਾਂ ਇੱਕ ਮੁੱਦੇ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੇ ਮੈਨੂੰ ਇਹੋ ਹੀ ਸੋਚਦਾ, ਹੋਰ ਕੋਈ ਸੋਚਦਾ ਹੀ ਨਹੀਂ। ਬੰਗਾਲ ਕਾਨੂੰਨਾਂ 'ਚ ਨਹੀਂ ਆਉਂਦਾ। ਉਹਦੇ ਮੋਦੀ ਸਰਕਾਰ ਨੂੰ ਪੁੱਛਣਾ ਚਾਹੀਦਾ, ਸਾਡੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਜਿੱਥੇ ਤੁਹਾਡੀਆਂ ਰੈਲੀਆਂ ਹੋ ਰਹੀਆਂ ਉਹ ਤੋਂ ਕਰੋਨਾ ਸ਼ੁਭ ਮੰਤਰ ਹੋ ਰਿਹਾ ਹੈ। ਕਾਰਨ ਕੀ, ਕਿਸ ਤਰ੍ਹਾਂ ਦਾ ਕੋਈ ਡੈਫੀਨਿਟ ਕੋਈ ਸਮਝਾਓ ਨਾ, ਕਿਸ ਤਰ੍ਹਾਂ ਕੋਈ ਲੋਕ ਕਿਸ ਤਰ੍ਹਾਂ ਇਹ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਆ ਸਰ। ਮੈਨੂੰ ਕੀ, ਲੋਕੀ ਖੁਦ ਵੇਖ ਰਹੇ ਨੇ, ਰੈਲੀਜ਼ ਸਭ ਕੁਝ ਦੇਖ ਰਹੇ ਨੇ। ਦੋ ਜਗ੍ਹਾ ਤੇ ਕਰੋਨਾ ਤੇ ਕਿਸਾਨੀ ਅੰਦੋਲਨ ਤੇ ਕਰੋਨਾ ਨਹੀਂ ਹੈ, ਬਾਕੀ ਸਭ ਪਾਸੇ ਕਰੋਨਾ ਹੈ। ਹਾਂ ਉਹੀ ਤੇ, ਉਹ ਤੁਸੀਂ ਇਹ ਦੇਖੋ ਵੀ ਆਪਾਂ ਸਾਰੇ ਹੁਣ ਇੱਥੇ ਬੈਠੇ ਆ, ਦਿਨੇ ਕਰੋਨਾ ਨਹੀਂ ਹੈਗਾ, ਰਾਤ ਨੂੰ ਕਰੋਨਾ ਆ ਜਾਂਦਾ 9 ਵਜੇ ਤੋਂ ਬਾਅਦ। ਕੀ ਗੱਲ, ਕਰੋਨਾ ਰਾਤ ਨੂੰ ਹੀ ਆਉਂਦਾ ਉੱਲੂ ਵਾਂਗੂ? ਇਹ ਹਿਸਾਬ ਲਾਓ ਹੁਣ ਤੁਸੀਂ। ਹੁਣ ਕਰੋਨਾ ਸਿਰਫ ਮੋਦੀ ਸਰਕਾਰ ਔਰ ਕਿਸਾਨਾਂ ਕੋਲ ਡਰਦਾ। ਯੈਸ, ਹਾਂ, ਹੋਰ ਕਿਸੇ ਤੋਂ ਨਹੀਂ ਡਰਦਾ, ਹੋਰ ਕਿਸੇ ਕੋਲ ਨਹੀਂ ਡਰਦਾ। ਜਾਂ ਫਿਰ ਬੰਗਾਲ ਦੀਆਂ ਬੀਜੇਪੀ 'ਚ ਚੱਲ ਜਾਏ ਤੇ ਜਾਂ ਕਿਸਾਨ ਬਣ ਜਾਏ ਤੇ ਫਿਰ ਕਰੋਨਾ ਮੁਕਤ ਹੋ ਜਾਏ। ਦੇਖੋ, ਸਭ ਤੋਂ ਪਹਿਲਾਂ ਤੇ ਕਿਸਾਨ ਹੀ ਬਣਨਾ ਚਾਹੀਦਾ ਆ, ਜਿਹਦੀ ਰੋਟੀ ਖਾ ਕੇ ਆਪਾਂ ਰਾਤ ਨੂੰ ਸੌਂਦੇ ਆ। ਕਿਸਾਨੀ ਝੰਡੇ ਥੱਲੇ ਹੀ ਬਹਿਣਾ ਚਾਹੀਦਾ ਆ, ਕਿਉਂਕਿ ਆਪਾਂ ਨੂੰ ਆਪਣੇ ਕਿਸਾਨਾਂ ਨਾਲ ਨਾਇਨਸਾਫੀ ਨਹੀਂ ਕਰਨੀ ਚਾਹੀਦੀ। ਬੀਜੇਪੀ ਸਰਕਾਰ ਤੇ ਧੱਕਾ ਕਰ ਰਹੀ ਆ, ਅੱਗੇ ਵੀ ਕਰੂਗੀ। ਬੀਜੇਪੀ ਸਰਕਾਰ ਦਾ ਕੰਮ ਹੈ ਦੰਗੇ ਫਸਾਦ ਕਰਾਉਣੇ। ਗੁਜਰਾਤ 'ਚ ਵੀ ਕਰਾਏ ਸੀਗੇ ਧਰਮ ਦੇ ਨਾਂ ਤੇ, ਜਾਟ ਅੰਦੋਲਨ ਵੀ ਕਰਾਇਆ, ਹੁਣ ਫਿਰ ਇੱਥੇ ਵੀ ਕਰਾਉਣਾ ਚਾਹੁੰਦੇ ਆ। ਜਿੱਥੇ ਵੀ ਆਉਂਦੇ ਉੱਥੇ ਸਿਆਪਾ ਕਰਕੇ ਜਾਂਦੇ ਆ। ਸੋਨੀਆ ਮਾਨ ਜਿਹਨਾਂ ਨਾਲ ਪੱਗਦੇ ਮਸਲੇ ਦੀ ਗੱਲ ਕੀਤੀ, ਕੁੰਵਰ ਵਿਜੇ ਪ੍ਰਤਾਪ ਦੀ ਜਿਹੜਾ ਅਸਤੀਫਾ ਦਿੱਤਾ ਗਿਆ, ਇਸ ਤੋਂ ਇਲਾਵਾ ਜਿਹੜੇ ਕਰੋਨਾ ਦਾ ਮਹਾਮਾਰੀ ਚੱਲ ਰਹੀ ਉਹਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ, ਤਾਂ ਉਹਦੇ ਤੇ ਉਹਨਾਂ ਨੇ ਖੁੱਲ੍ਹੇ ਵਿਚਾਰ ਦਿੱਤੇ ਨੇ। ਤੇ ਨਾਲ ਹੀ ਉਹਨਾਂ ਨੇ ਆਖਿਆ ਕਿ 19 ਅਪ੍ਰੈਲ ਨੂੰ ਉਹਨਾਂ ਵੱਲੋਂ ਜਿਹੜੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਉਹ ਵੱਡੀ ਹੋਏਗੀ, ਤਾਂ ਉਹਨਾਂ ਨੂੰ ਕਿਸੇ ਕਰੋਨਾ ਤੋਂ ਕੋਈ ਡਰ ਨਹੀਂ ਲੱਗਦਾ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ।